ਹੈਲੋ ਐਂਡ ਵੈਲਕਮ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਲੇਟੈਸਟ ਅਪਡੇਟਸ ਦੇ ਨਾਲ ਅਸੀਂ ਹਾਜ਼ਰ ਹਾਂ। ਸੋ ਤੁਸੀਂ ਵੀ ਇਸ ਸ਼ੋਅ ਦੇ ਵਿੱਚ ਲਾਈਵ ਕਾਲ ਕਰ ਸਕਦੇ ਹੋ। ਸੋ ਕਾਲਸ ਦਾ ਸਿਲਸਿਲਾ ਭਾਵੇਂ ਸ਼ੁਰੂ ਹੋ ਗਿਆ। ਪਹਿਲਾਂ ਮੈਂ ਇੰਟਰੋਡਿਊਸ ਕਰਵਾਉਣਾ ਚਾਹੂੰਗੀ ਜਿਹੜੇ ਅੱਜ ਦੇ ਮਹਿਮਾਨ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਜੀ। ਵੀਜ਼ਾ ਐਕਸਪਰਟ ਮਿਸਟਰ ਗੌਰਵ ਤਲਵਾਰ ਜੀ ਸਾਡੇ ਨਾਲ ਨੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਲੇਟੈਸਟ ਅਪਡੇਟਸ ਦੀ ਗੱਲ ਕਰਦੇ ਹਾਂ ਸਰ। ਕੈਨੇਡਾ ਦੀ ਜਦੋਂ ਗੱਲ ਹੁੰਦੀ ਹੈ ਢੇਰ ਸਾਰੀ ਐਪਲੀਕੇਸ਼ਨਸ ਲੱਗ ਰਹੀਆਂ, ਢੇਰ ਸਾਰੇ ਰਿਫਿਊਜ਼ਲਸ ਆ ਰਹੇ ਨੇ। ਕੀ ਫਿਊਚਰ ਦਿਖ ਰਿਹਾ ਹੈ ਕੈਨੇਡਾ ਦਾ ਅਗਰ ਸਟੂਡੈਂਟਸ ਲਗਾਤਾਰ ਅਪਲਾਈ ਕਰ ਰਹੇ ਨੇ? ਬਿਲਕੁਲ, ਅਗਰ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਰਿਫਿਊਜ਼ਲ ਰੇਟ ਐਪਲੀਕੇਸ਼ਨਸ ਵੀ ਬਹੁਤ ਜ਼ਿਆਦਾ ਬਿਲਕੁਲ। ਔਰ ਬਹੁਤ ਵਾਰੀ ਤਿੰਨ ਬੇਸਿਕ ਜੋ ਰਿਕੁਆਇਰਮੈਂਟਸ ਹੈ ਉਹਦਾ ਬੜਾ ਧਿਆਨ ਰੱਖਣਾ ਪਏਗਾ ਤੁਹਾਨੂੰ। ਪਹਿਲੀ ਰਿਕੁਆਇਰਮੈਂਟ ਕਿ ਤੁਸੀਂ ਕਿਹੜੀ ਕੈਟਾਗਰੀ ਦੇ ਅੰਦਰ ਫਾਈਲ ਲਾ ਰਹੇ ਹੋ। ਦੂਜੀ ਸਭ ਤੋਂ ਵੱਡੀ ਰਿਕੁਆਇਰਮੈਂਟ ਇਹ ਹੈ ਕਿ ਕੀ ਪ੍ਰੋਵਿੰਸ ਨੂੰ ਜਿਸ ਕੋਰਸ ਲਈ ਤੁਸੀਂ ਜਾ ਰਹੇ ਹੋ ਉਸ ਕੋਰਸ ਦੇ ਕਿੰਨੇ ਬੰਦੇ ਰਿਕੁਆਇਰਡ ਹੈ। ਕਿਉਂਕਿ ਜਦੋਂ ਅਸੀਂ ਅਪਲਾਈ ਕਰਦੇ ਹਾਂ ਨਾ ਉਹਦੇ 'ਚ ਇੱਕ ਬੜੀ ਚੀਜ਼ ਧਿਆਨ ਦਿੰਦੇ ਹਾਂ। ਉਹ ਧਿਆਨ ਇਹ ਦਿੰਦੇ ਹਾਂ ਕਿ ਅਗਰ ਤੁਸੀਂ ਦੇਖਿਆ ਹੋਵੇ ਤਾਂ ਕਿਊਬਿਕ ਵਿੱਚ ਪਹਿਲੇ ਕੀ ਸੀ ਕਿ ਕਿਊਬਿਕ ਵਿੱਚ ਹਰ ਪ੍ਰਾਈਵੇਟ ਕਾਲਜ ਨੂੰ ਵਰਕ ਰਾਈਟ ਸੀਗੇ, ਜਦ ਕਿ ਬਾਕੀ ਸਾਰੇ ਕੈਨੇਡਾ ਵਿੱਚ ਨਹੀਂ ਸੀ। ਉਹ ਕੀ ਸੀ, ਸਟੇਟ ਯਾਨੀ ਪ੍ਰੋਵਿੰਸ ਔਰ ਫੈਡਰਲ ਦਾ ਟਾਈ ਅਪ ਸੀ ਕਿ ਸਾਨੂੰ ਜੋ ਬੱਚੇ ਚਾਹੀਦੇ ਆ ਉਹ ਇੰਨੇ ਚਾਹੀਦੇ ਆ ਔਰ ਸਾਨੂੰ ਇੰਨੀ ਮੈਨ ਪਾਵਰ ਚਾਹੀਦੀ ਹੈ। ਤਾਂ ਉਹਨਾਂ ਨੇ ਇਹ ਦੇਖਿਆ ਕਿ ਸਿਰਫ ਗੌਰਮੈਂਟ ਕਾਲਜ ਨੂੰ ਵਰਕ ਪਰਮਿਟ ਦੇਣ ਨਾਲ ਇੰਨੇ ਸਾਰੇ ਸਟੂਡੈਂਟਸ ਨਹੀਂ ਮਿਲ ਸਕਦੇ, ਤਾਂ ਉਹਨਾਂ ਨੂੰ ਪ੍ਰਾਈਵੇਟ ਕਾਲਜਸ ਨੂੰ ਵੀ ਵਰਕ ਰਾਈਟਸ ਦਿੱਤੇ। ਤਾਂ ਜੋ ਕਿ ਐਗਰੀਮੈਂਟ ਹੁਣ ਖਤਮ ਹੋ ਚੁੱਕਿਆ। ਤਾਂ ਕੰਸਲਟੈਂਟ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਕਿਹੜੇ ਕਿੱਤੇ ਦੇ ਬੱਚੇ, ਮਤਲਬ ਕਿਹੜੇ ਕੋਰਸ ਦੇ ਬੱਚੇ ਕਿਹੜੀ ਪ੍ਰੋਵਿੰਸ ਨੂੰ, ਕਿਹੜੀ ਪੀਐਨਪੀ ਨੂੰ ਰਿਕੁਆਇਰਡ ਆ। ਤਾਂ ਉਸ ਬੇਸ ਤੇ ਵੀਜ਼ਾ ਜੋ ਸਕਸੈਸ ਰੇਟ ਹੈ ਉਹ ਆਉਂਦਾ। ਕਿਉਂਕਿ ਤੁਸੀਂ ਬਹੁਤ ਵਾਰ ਦੇਖੋ ਇੱਕ ਵਿੱਚ 5.5 ਦਾ ਵੀਜ਼ਾ ਆ ਗਿਆ, ਕਈ ਵਾਰੀ 7 ਵਾਲੇ ਦਾ ਵੀ ਵੀਜ਼ਾ ਨਹੀਂ ਆਇਆ। ਤਾਂ ਇਹਦੇ ਪਿੱਛੇ ਬਹੁਤ ਸਾਰੇ ਲੌਜੀਕਲ ਇਸ਼ੂਜ਼ ਜੋ ਹੈ ਉਹ ਆਉਂਦੇ ਆ। ਜੀ ਬਿਲਕੁਲ, ਤੁਸੀਂ ਸਹੀ ਕਿਹਾ। ਔਰ ਲਗਾਤਾਰ ਕਾਲਸ ਵੀ ਆ ਰਹੀਆਂ ਨੇ, ਕਾਲਰਸ ਜੁੜ ਰਹੇ ਨੇ। ਕਾਲ ਰਿਸੀਵ ਅਸੀਂ ਕਰ ਲੈਂਦੇ ਹਾਂ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਡਮ ਮੈਂ ਰਿਸ਼ਵ ਗੱਲ ਕਰ ਰਿਹਾ ਸਪੈਰੇ ਤੋਂ। ਹਾਂਜੀ ਰਿਸ਼ਵ ਜੀ, ਕੀ ਸਵਾਲ ਹੈ ਤੁਹਾਡਾ? ਮੈਡਮ ਐਕਚੁਅਲੀ ਨਾ ਮੈਂ ਕੈਨੇਡਾ ਦੀ ਫਾਈਲ ਲਗਵਾਈ ਸੀ ਤੇ ਰੀਸੈਂਟਲੀ ਰਿਫਿਊਜ਼ਲ ਆਈ ਹੈ ਜੀ ਮੇਰੀ। ਓਕੇ, ਕੀ ਆਪਣੀ ਪ੍ਰੋਫਾਈਲ ਦੱਸ ਦਿਓ ਪਹਿਲਾਂ। ਮੈਮ ਮੇਰੇ ਓਵਰਆਲ 6.5 ਸੀਗੇ ਜੀ ਤੇ 2 ਚੋਂ 6 1 ਚੋਂ 5.5 ਨੇ। ਠੀਕ ਹੈ। ਤੇ ਕੈਨੇਡਾ ਨੂੰ ਅਲਗੋਮਾ ਯੂਨੀਵਰਸਿਟੀ ਦੀ ਰਿਫਿਊਜ਼ਲ ਆਈ ਸੀ ਰੀਸੈਂਟਲੀ ਹੋਈ। ਓਕੇ, ਤੁਸੀਂ ਕਿਹੜੇ ਈਅਰ 'ਚ +2 ਕੀਤੀ ਹੋਈ? ਮੈਮ 2021 ਚੋਂ ਜੀ। ਓਕੇ ਹਾਂਜੀ ਸਰ, ਇਹਨਾਂ ਦੀ ਰਿਫਿਊਜ਼ ਤੁਸੀਂ ਦੁਬਾਰਾ ਕੈਨੇਡਾ ਹੀ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਬੇਸਿਕਲੀ ਤੁਸੀਂ ਪ੍ਰੋਵਿੰਸ ਜਾਂ ਕੰਟਰੀ ਚੇਂਜ ਕਰ? ਬਿਲਕੁਲ, ਤੁਸੀਂ ਦੇਖੋ ਜੇ ਅਗਰ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਇੱਕ ਚੀਜ਼ ਸਮਝਣੀ ਪਏਗੀ ਤੁਹਾਨੂੰ, ਪ੍ਰੋਵਿੰਸ ਦੇ ਨਾਲ ਜੋ ਹੈ ਪ੍ਰੋਵਿੰਸ ਚੇਂਜ ਕਰਨ ਦੀ ਜ਼ਰੂਰਤ ਹੈ। ਇੱਕ ਵਿੱਚ 5.5 ਹੈ। ਦੂਜੀ ਸਭ ਤੋਂ ਵੱਡੀ ਚੀਜ਼ ਮੈਂ ਰਾਏ ਦਾਂਗਾ ਕਿ ਤੁਸੀਂ ਗੈਪ ਨਾ ਵਧਾਓ, ਫॉर ਅਪਲਾਈ ਕਰੋ ਜੈਨ ਟੇਕ ਲਈ, ਕਿਉਂਕਿ GICA ਚੱਲ ਜੂਗਾ। ਔਰ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਨਾਲ ਗਾਈਡ ਇਹ ਕਰਦੇ ਹਾਂ ਕਿ ਉਹ PT ਨਾਲ ਦੇ ਦੇਣ। ਓਕੇ ਬਿਕੋਜ਼ ਮੈਂ ਬਹੁਤ ਵਾਰੀ ਮੇਰਾ ਟਰਾਈ ਐਂਡ ਟੈਸਟਡ ਫਾਰਮੂਲਾ, ਮੈਂ ਬੱਚੇ ਨੂੰ ਇੱਧਰ ਜੈਨ ਟੇਕ ਅਪਲਾਈ ਕਰਦਾ, ਇੱਧਰ ਉਹਨੂੰ PT ਪ੍ਰਪੇਅਰ ਕਰਾਉਣਾ। ਤਾਂ ਬੱਚਾ ਅਗਰ ਜੋ ਬੱਚਾ 5.5 ਇੱਕ ਵਿੱਚ ਲਿੱਤਾ PT 'ਚ E6 ਲਿਆ ਜਾਂਦਾ ਹੈ। ਤਾਂ SOP 'ਚ ਵੀ ਹੈਵ ਅ ਰੀਜ਼ਨ ਕਿ ਦੇਖੋ ਜੀ, ਇੱਕ ਤੁਹਾਡੀ ਏਜੰਸੀ ਸਾਨੂੰ 6 'ਚ ਰਿਕਮੈਂਡ ਕਰਦੀ ਹੈ ਤਾਂ ਸਾਨੂੰ ਜੋ ਵੀਜ਼ਾ ਉਹ ਗ੍ਰਾਂਟ ਹੋ ਜਾਂਦਾ ਹੈ। ਦੂਜੀ ਚੀਜ਼ ਪ੍ਰੋਵਿੰਸ ਦੀ ਬੜੀ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਜਿਹੜੀ ਯੂਨੀਵਰਸਿਟੀ ਦੀ ਗੱਲ ਕਰ ਰਹੇ ਆ, ਜਦੋਂ ਅਸੀਂ ਬਹੁਤ ਯੂਨੀਵਰਸਿਟੀਜ਼ ਵੱਲ ਚਲੇ ਜਾਂਦੇ ਹਾਂ, ਬਹੁਤ ਵੱਡੇ ਕਾਲਜਸ ਵੱਲ ਚਲੇ ਜਾਂਦੇ ਹਾਂ, ਤਾਂ ਉੱਥੇ 6 ਈਚ 6.5 7 8 ਵਾਲੇ ਬੱਚਿਆਂ ਦੀ ਐਪਲੀਕੇਸ਼ਨਸ ਹੁੰਦੀਆਂ। ਤਾਂ ਵੀਜ਼ਾ ਅਫਸਰ ਬਹੁਤ ਵਾਰੀ ਤੁਹਾਨੂੰ ਇਹ ਲਿਖ ਕੇ ਦਿੰਦਾ ਕਿ ਮੈਨੂੰ ਇਹ ਲੱਗਦਾ ਕਿ ਇਸ ਇੰਗਲਿਸ਼ ਪ੍ਰੋਫੈਂਸੀ ਨਾਲ ਤੁਸੀਂ ਇਹ ਕੋਰਸ ਨਹੀਂ ਕਰ ਪਾਓਗੇ। ਉਹਦਾ ਕਾਰਨ ਹੀ ਹੁੰਦਾ ਕਿ ਬਿਕੋਜ਼ ਉਹਦੇ ਕੋਲ ਉਸ ਕਾਲਜ ਲਈ, ਉਸ ਯੂਨੀਵਰਸਿਟੀ ਲਈ, ਉਸ ਕੋਰਸਿਸ ਲਈ ਬਹੁਤ ਸਾਰੀ ਐਪਲੀਕੇਸ਼ਨ ਤੁਹਾਡੇ ਤੋਂ ਵਧੀਆ ਇੰਗਲਿਸ਼ ਜੋ ਰਿਜ਼ਲਟਸ ਹੈ ਉਹਦੇ ਨਾਲ ਹੁੰਦੀਆਂ। ਤਾਂ ਫਿਰ ਇਹ ਦੇਖਣਾ ਹੁੰਦਾ। ਔਰ ਪ੍ਰੋਵਿੰਸ ਤਾਂ ਮੈਂ ਕਹਿ ਰਿਹਾ ਕਿ ਬਹੁਤ ਵੱਡਾ ਰੋਲ ਜੋ ਹੈ ਉਹ ਅਦਾ ਕਰਦੀ ਹੈ ਤੁਹਾਡੇ
ਵੀਜ਼ਾ ਸਕਸੈਸ ਰੇਟ ਵਿੱਚ। ਜੀ ਬਿਲਕੁਲ, ਪ੍ਰੋਵਿੰਸ ਬਾਰੇ ਵੀ ਗੱਲ ਜ਼ਰੂਰ ਕਰਾਂਗੇ, ਪਰ ਨਾਲ ਦੀ ਨਾਲ ਮੈਂ ਕਈ ਕੰਸਲਟੈਂਟਸ ਥਰੂ ਸੁਣਿਆ ਉਹ ਕਹਿੰਦੇ ESL ਕੋਰਸ ਲਗਾ ਲਓ, ਉਸ ਦੇ ਨਾਲ ਵੀ ਜਿਹੜਾ ਵੀਕ ਪ੍ਰੋਫਾਈਲ ਹੈ ਸਟਰੋਂਗ ਹੋ ਜਾਂਦੀ। ਕੀ ਉਹਦੇ ਪਲੱਸ ਜਾਂ ਮਾਈਨਸ ਰਹਿੰਦੇ ਨੇ? ਦੇਖੋ ESL ਇੱਦਾਂ ਹੈ ਕਿ ESL ਕੋਰਸ ਵਿੱਚ ਸਭ ਤੋਂ ਵੱਡੀ ਗੱਲ ਚੀਜ਼ ਕੀ ਹੈ, ਇੰਗਲਿਸ਼ ਦੀ ਕਲਾਸਿਸ ਆ। ਹਾਂਜੀ, ਜਿਵੇਂ ਹੁਣ ਸਾਡਾ ਕਿਸੇ ਕੋਰਸ ਸਬਜੈਕਟ ਵਿੱਚ ਨੰਬਰ ਘੱਟ ਹੈ ਤਾਂ ਉਹਦੀ ਮਹੀਨਾ 2 ਮਹੀਨੇ 3 ਮਹੀਨੇ ਦੀ ਕਲਾਸਿਸ ਐਡ ਕਰ ਸਕਦੇ ਆ ਆਪਣੇ ਕ੍ਰੈਡਿਟਸ ਪੂਰਾ ਕਰਨ ਲਈ। ਅਸੀਂ ਜ਼ਿਆਦਾਤਰ ਇਹ ਮੈਥਮੈਟਿਕਸ ਵਿੱਚ ਕਰਦੇ ਹਾਂ, ਮੈਥ ਦੀ ਕਲਾਸਿਸ ਐਡ ਕਰ ਦਿੰਦੇ ਹਾਂ ਕੋਰਸ ਨੂੰ ਕੰਬਾਈਨ ਕਰਨ ਲਈ। ਤਾਂ ਇੰਗਲਿਸ਼ ਦੀ ਵੀ ਕਰ ਸਕਦੇ ਹਾਂ, ਪਰ ਇਹ ਤਾਂ ਕੋਈ ਬਹੁਤ ਵੱਡੀ ਇਫੈਕਟ ਨਹੀਂ ਹੈ। ਉਹਦਾ ਕਾਰਨ ਇਹ ਹੈ ਕਿ ਇੰਗਲਿਸ਼ ਹੁਣ ਮੈਥ ਹੈ, ਉਹ ਇੱਥੇ ਤੁਸੀਂ ਹਰ ਜਗ੍ਹਾ ਨਹੀਂ ਸਿੱਖ ਸਕਦੇ ਦੁਬਾਰਾ, ਉਹ ਕੋਰਸ ਦੇ ਨਾਲ ਸਿੱਖਿਆ ਜਾ ਸਕਦਾ ਹੈ। ਹੁਣ ਇੰਗਲਿਸ਼ ਕੀ ਹੈ, ਇੰਗਲਿਸ਼ ਤੁਸੀਂ ਇੱਥੇ ਈਜ਼ੀਲੀ ਅਵੇਲੇਬਲ ਹੈ ਔਰ ਘੱਟ, ਬਹੁਤ ਜ਼ਿਆਦਾ ਘੱਟ ਖਰਚੇ ਤੋਂ। ਤਾਂ ਫਿਰ ਵੀਜ਼ਾ ਅਫਸਰ ਨੂੰ ਲੱਗਦਾ ਹੈ ਜੇ ਬੱਚੇ ਨੇ ਪੜ੍ਹਨਾ ਹੀ ਹੈ ਇਕੱਲਾ ਤਾਂ ਬੱਚਾ ਇੱਥੇ ਕਿਉਂ ਨਹੀਂ ਪੜ੍ਹ ਰਿਹਾ। ਬਿਲਕੁਲ ਬਿਲਕੁਲ, ਜਦ ਕਿ ਉਸ ਤੋਂ ਮਤਲਬ 64% ਘੱਟ ਤੇ ਜੋ ਹੈ ਉਹ ਤੁਹਾਨੂੰ ਮਿਲ ਰਿਹਾ ਹੈ। ਜੀ ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਜੁੜ ਗਏ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ? ਮੈਮ ਮੈਂ ਆਪਣੇ ਕੇਸ ਬਾਰੇ ਪੁੱਛਣਾ ਸੀਗਾ, ਮੈਂ ਆਸਟ੍ਰੇਲੀਆ ਦੀ ਫਾਈਲ ਲੈਣਾ ਚਾਹੁੰਦਾ ਸੀਗਾ ਜੀ। ਓਕੇ, ਆਪਣੀ ਪ੍ਰੋਫਾਈਲ ਦੱਸ ਦਿਓ। ਮੈਮ ਮੈਂ +2 ਕੀਤੀ ਹੈ ਜੀ 2022 ਦੇ ਵਿੱਚ। ਠੀਕ ਹੈ, +2 ਕੀਤੀ ਹੈ 2022 ਦੇ ਵਿੱਚ ਜੀ। ਹਾਂਜੀ ਹਾਂਜੀ, ਕਿੰਨੀ ਪਰਸੈਂਟੇਜ ਹੈ? ਆਇਲਸ ਕਲੀਅਰ ਕੀਤਾ ਤੁਸੀਂ, ਕਿੰਨਾ ਸਕੋਰ ਹੈ? ਹੈਲੋ, ਹਾਂਜੀ, ਆਇਲਸ ਤੁਸੀਂ ਕਲੀਅਰ ਕੀਤਾ ਹੈ, ਕਿੰਨਾ ਸਕੋਰ ਹੈ ਆਇਲਸ ਵਿੱਚ? ਆਈ ਥਿੰਕ ਉਹਨਾਂ ਨੂੰ ਸਾਡੀ ਆਵਾਜ਼ ਨਹੀਂ ਪਹੁੰਚ ਪਾ ਰਹੀ ਹੈ। ਖੈਰ, ਸੋ +2 ਇਹਨਾਂ ਨੇ ਕੀਤੀ ਹੈ 2022 ਵਿੱਚ ਔਰ ਆਸਟ੍ਰੇਲੀਆ ਲਈ ਅਪਲਾਈ ਕਰਨਾ ਚਾਹ ਰਹੇ ਨੇ। ਬਿਲਕੁਲ, ਅਗਰ ਤੁਸੀਂ 20 ਪਾਸ ਆਊਟ ਹੋ, 21 ਹੋ, 22 ਹੋ, ਤੁਸੀਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ। ਆਸਟ੍ਰੇਲੀਆ ਅਸੀਂ ਤੁਹਾਨੂੰ ਇਸ ਸਮੇਂ ਬਹੁਤ ਐਕਸਕਲੂਸਿਵ ਪੈਕੇਜ ਵੀ ਦੇ ਰਹੇ ਹਾਂ, ਜਿਹਦੇ ਵਿੱਚ ਤੁਸੀਂ ਈਵਨ ਅੰਬੈਸੀ ਫੀਸ ਵੀ ਬਾਅਦ ਹੀ ਦੇ ਸਕਦੇ ਹੋ। ਤਾਂ ਤੁਸੀਂ ਅਗਰ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤਾਂ ਪੈਕੇਜ ਅਵੇਲੇਬਲ ਹੈ, ਜਿਹਦੇ ਅਗਰ ਤੁਸੀਂ 20, 21, 22 ਪਾਸ ਹੋ ਔਰ ਤੁਸੀਂ ਮਤਲਬ ਕੈਨੇਡਾ ਜਾਂ ਕਿੱਥੋਂ ਰਿਫਿਊਜ਼ ਹੋ ਚੁੱਕੇ ਹੋ, ਦੁਬਾਰਾ ਰਿਸਕ ਨਹੀਂ ਲੈਣਾ ਚਾਹੁੰਦੇ, ਤਾਂ ਤੁਸੀਂ ਸਾਡੇ ਡਿਜ਼ਾਈਨ ਪੈਕੇਜ ਲੈ ਸਕਦੇ ਹੋ, ਜਿਹਦੇ ਤੁਸੀਂ ਅੰਬੈਸੀ ਫੀਸ ਵੀ ਜੋ ਹੈ ਉਹ ਆਫਟਰ ਵੀਜ਼ਾ ਦੇ ਸਕਦੇ ਹੋ। ਜੀ 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 ਬਿਲਕੁਲ, ਆਸਟ੍ਰੇਲੀਆ ਬਾਰੇ ਵੀ ਗੱਲ ਜ਼ਰੂਰ ਕਰਦੇ ਹਾਂ। ਇਹ ਕਾਲ ਰਿਸੀਵ ਕਰ ਲੈਂਦੇ ਹਾਂ ਪਹਿਲਾਂ ਅਸੀਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਤੁਹਾਡਾ? ਮੈਂ ਆਸਟ੍ਰੇਲੀਆ ਦੀ ਫਾਈਲ ਰਿਗਾਰਡਿੰਗ ਪੁੱਛਣਾ ਚਾਹ ਰਿਹਾ ਸੀ ਮੈਂ ਸਪਾਊਸ ਕੇਸ ਵਾਸਤੇ ਜੀ। ਓਕੇ, ਆਪਣੀ ਪ੍ਰੋਫਾਈਲ ਦੱਸ ਦਿਓ। ਮੈਂ 2020 ਦੇ ਵਿੱਚ ਬੀਟੈਕ ਕੀਤੀ ਹੈ ਜੀ। ਓਕੇ, ਤੇ ਉਸ ਤੋਂ ਬਾਅਦ ਮੈਂ ਜੌਬ ਕਰ ਰਿਹਾ ਕੰਟੀਨਿਊ ਜੀ। ਠੀਕ ਹੈ, ਆਇਲਸ ਕਲੀਅਰ ਕੀਤਾ ਹੈ ਤੁਸੀਂ? ਪੀਟੀ ਕੀਤੀ ਹੈ। ਕਿੰਨਾ ਸਕੋਰ ਹੈ? ਉਹਦੇ ਵਿੱਚ ਮੈਂ ਮੇਰੇ 59 ਹੈ ਜੀ, ਤੇ ਕਿਸੇ ਨੂੰ ਦੇ ਵਿੱਚ ਵੀ 52 ਤੋਂ ਘੱਟ ਨਹੀਂ ਹੈ ਜੀ। ਓਕੇ, ਹਾਂਜੀ ਸਰ। 22 ਵਿੱਚ ਬਿਲਕੁਲ ਡੈਫੀਨੇਟਲੀ ਤੁਸੀਂ ਬੀਟੈਕ ਕੀਤੀ ਹੈ, ਤੁਸੀਂ ਮਾਸਟਰਸ ਲਈ ਆਸਟ੍ਰੇਲੀਆ ਜਾ ਸਕਦੇ ਹੋ ਔਰ ਤੁਹਾਡਾ ਪ੍ਰੋਫਾਈਲ ਬਿਲਕੁਲ ਰੈਲੇਵੈਂਸ ਹੈ। ਸੈਕਿੰਡ ਚੀਜ਼, ਤੁਹਾਨੂੰ ਸਭ ਤੋਂ ਬੈਨੀਫਿਟ ਇਹ ਹੈ ਕਿ ਜੋ ਮਾਸਟਰ ਡਿਗਰੀ ਹੈ, ਮਾਸਟਰ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਔਨ ਵਰਕ ਪਰਮਿਟ, ਜਿਹਨੂੰ ਅਸੀਂ ਓਪਨ ਵਰਕ ਪਰਮਿਟ ਕਹਿੰਦੇ ਹਾਂ। ਤਾਂ ਆਸਟ੍ਰੇਲੀਆ ਇਸ ਸਮੇਂ ਸਿਰਫ ਰਿਜ਼ਲਟਸ ਡਿਲੇ ਹੈ, ਬਟ ਰਿਜ਼ਲਟਸ ਆਰ ਗੁੱਡ। ਓਕੇ, ਕੈਨੇਡਾ ਵਿੱਚ ਕੀ ਹੈ ਕਿ ਰਿਜ਼ਲਟਸ ਡਿਲੇਡ ਵੀ ਹੈ ਔਰ ਕੁਝ ਰਿਜ਼ਲਟਸ ਫੇਵਰੇਬਲ ਵੀ ਨਹੀਂ ਹੈ। ਬਟ ਅਗਰ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਲਈਏ, ਪੈਰਲਲ ਯੂਕੇ ਨੂੰ ਲੈ ਜਾਈਏ, ਤਾਂ ਆਸਟ੍ਰੇਲੀਆ ਉਸ ਤੋਂ ਬੈਟਰ ਰਿਜ਼ਲਟਸ ਦੇ ਰਿਹਾ। ਰਿਜ਼ਲਟਸ ਡਿਲੇ ਜ਼ਰੂਰ ਹੈ ਪਰ ਰਿਜ਼ਲਟਸ ਗੁੱਡ ਹੈ। ਯੂਕੇ ਦੀ ਗੱਲ ਕਰ ਲਈਏ, ਕੁਝ ਡਿਲੇ ਹੈਗਾ ਪਰ ਰਿਜ਼ਲਟਸ ਆਰ 100% ਗੁੱਡ। ਤਾਂ ਵੀਜ਼ਾ ਜੋ ਹੈ ਉਹ 100% ਆ ਰਿਹਾ ਹੈ। ਤਾਂ ਇਸ ਸਮੇਂ ਇਹ ਤਿੰਨੋਂ ਕੰਟਰੀਜ਼ ਆਪਣੇ ਅਕੋਰਡਿੰਗਲੀ ਵੀਜ਼ਾ ਇਸ਼ੂ ਕਰ ਰਹੀਆਂ ਔਰ ਹਮੇਸ਼ਾ ਇਹ ਚੀਜ਼ ਤੁਹਾਨੂੰ ਧਿਆਨ ਰੱਖਣੀ ਚਾਹੀਦੀ ਹੈ ਕਿ ਕੁਝ ਸਮੇਂ ਬਾਅਦ ਹਰ ਕੰਟਰੀ ਆਫਟਰ ਅ 5 ਈਅਰ, ਆਫਟਰ ਅ 10 ਈਅਰ ਸਕਰੂਟਨਿੰਗ ਕਰਦੀ ਹੈ, ਆਪਣੇ ਰਿਜ਼ਲਟਸ ਨੂੰ ਕਲੋਜ਼ ਕਰ ਲੈਂਦੀ ਹੈ। ਜਿਵੇਂ 2007 ਵਿੱਚ ਯੂਕੇ ਖੁੱਲਿਆ, ਫਿਰ ਉਹਨੇ 5-7 ਸਾਲ ਬਿਲਕੁਲ 10 ਸਾਲ ਵੀਜ਼ਾ ਨਹੀਂ ਦਿੱਤਾ, ਫਿਰ 2017 ਦੇ ਵਿੱਚ ਫਿਰ ਓਪਨ ਕਰ ਲਿਆ, ਫਿਰ ਕੋਵਿਡ ਦੇ ਵਿੱਚ ਵੀ ਬਹੁਤ ਵੀਜ਼ਾ ਦਿੱਤੇ ਯੂਕੇ ਨੇ। ਤਾਂ ਸੇਮ ਕੈਨੇਡਾ ਵਾਪਸ ਬੈਕ ਟੂ ਟਰੈਕ ਆ ਰਿਹਾ, ਬਿਕੋਜ਼ ਉਹਨਾਂ ਨੇ ਸਟੱਡੀ ਪਰਮਿਟ ਤਾਂ ਚਾਹੇ ਘੱਟ ਦਿੱਤੇ ਪਰ 10,000 ਪਲੱਸ ਇਨਵੀਟੇਸ਼ਨਸ ਦਿੱਤੇ ਉਹਨਾਂ ਨੇ PR ਦੇ, ਔਰ ਬਹੁਤ ਜ਼ਿਆਦਾ ਪ੍ਰੋਵਿੰਸ ਨੋਮੀਨੇਸ਼ਨਸ ਦੀ ਜੋ ਤੁਸੀਂ ਇਹ ਕਹਿ ਸਕਦੇ ਹੋ ਕਿ PR ਬਹੁਤ ਜ਼ਿਆਦਾ ਦਿੱਤੀ। ਜੀ, ਇੱਥੇ ਮੈਂ ਇੱਕ ਸਵਾਲ ਪੁੱਛਣਾ ਚਾਹੂੰਗੀ, ਜਿਹੜਾ ਹੁਣ ਖਬਰਾਂ ਆ ਰਹੀਆਂ ਕਿ ਜਿਵੇਂ ਪੋਸਟ ਸਟੱਡੀ ਵਰਕ ਨੂੰ ਲੈ ਕੇ ਕੁਝ ਚੇਂਜਸ ਕਰਨ ਜਾ ਰਿਹਾ ਆਸਟ੍ਰੇਲੀਆ, ਕਿਸ ਤਰ੍ਹਾਂ ਦੀ ਚੇਂਜਸ ਹੈ ਆਪਾਂ ਮੰਨ ਸਕਦੇ ਹਾਂ? ਫੇਵਰੇਬਲ ਰਹਿਣਗੀਆਂ ਸਟੂਡੈਂਟਸ ਲਈ ਜਾਂ ਫਿਰ ਨਹੀਂ? ਬਿਲਕੁਲ, ਕਿਉਂਕਿ ਨਾ ਆਸਟ੍ਰੇਲੀਆ ਇਸ ਸਮੇਂ ਇਸ ਚੀਜ਼ ਤੇ ਆ ਰਿਹਾ ਹੈ ਕਿ ਆਸਟ੍ਰੇਲੀਆ ਬੱਚੇ ਪੜ੍ਹਨ ਤਾਂ ਚਲੇ ਜਾਂਦੇ ਆ ਪਰ PR ਤੱਕ ਨਹੀਂ ਪਹੁੰਚਦੇ।
ਬਹੁਤ ਸਾਰੇ ਬੱਚਿਆਂ ਵਿੱਚ ਇਹ ਪ੍ਰੋਬਲਮ ਹੈ। ਫਿਰ ਮੁੜ ਕੇ ਉਹਨਾਂ ਨੂੰ ਜੌਬ ਸਪਾਂਸਰ ਲੈਣੀ ਪੈਂਦੀ ਹੈ, ਹੋਰ ਸਾਰੇ ਕੈਟਾਗਰੀਜ਼ ਦੇ ਵਿੱਚ ਜਾ ਕੇ, ਜਿਵੇਂ MRT ਜਾਂ ਬ੍ਰਿਜਿੰਗ ਵੀਜ਼ਾ ਤੇ ਲੈਂਦੇ ਸੀ, ਜੋ ਕਿ ਸਭ ਕੁਝ ਉਹਨਾਂ ਨੇ ਹੁਣ ਬੰਦ ਕਰਤਾ। ਤਾਂ ਜੋ ਚੇਂਜਸ ਆ ਰਿਹਾ ਉਹ ਹਮੇਸ਼ਾ ਫੇਵਰੇਬਲ ਰਹਿਣਗੇ, ਬਿਕੋਜ਼ ਉਹ ਬਹੁਤ ਸਿੰਪਲ ਪਾਲਿਸੀ ਲੈ ਕੇ ਆ ਰਿਹਾ PR ਲਈ, ਤਾਂ ਕਿ ਜੋ ਬੱਚਾ ਉੱਥੇ ਜਾਏ ਉਹ ਲੀਡਿੰਗ ਟੂ PR ਜ਼ਰੂਰ ਹੋਏ। ਕਿਉਂਕਿ ਇਹ ਪ੍ਰੋਬਲਮ ਹੈ ਆਸਟ੍ਰੇਲੀਆ ਵਿੱਚ। ਅਗਰ ਤੁਸੀਂ ਦੇਖੋ ਤਾਂ ਬਹੁਤ ਸਾਰੇ ਬੱਚੇ ਸਾਨੂੰ ਕਹਿੰਦੇ ਅਸੀਂ ਆਸਟ੍ਰੇਲੀਆ ਤੋਂ ਪੜ੍ਹ ਕੇ ਵਾਪਸ ਆ ਗਏ, ਬਿਲਕੁਲ, ਜਦਕਿ ਕੈਨੇਡਾ ਤੋਂ ਇਹ ਕੋਈ ਨਹੀਂ ਕਹਿੰਦਾ। ਕੈਨੇਡਾ ਵਿੱਚ ਕਿਸੇ ਨਾ ਕਿਸੇ ਪ੍ਰੋਵਿੰਸ ਵਿੱਚ ਕਦੇ ਨਾ ਕਦੇ ਸੂਨਰ ਲੇਟਰ ਬੱਚਾ PR ਹੋ ਜਾਂਦਾ। ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਜਦੋਂ ਵੀ ਆਸਟ੍ਰੇਲੀਆ ਦੀ ਗੱਲ ਆਉਂਦੀ ਹੈ ਸਟੂਡੈਂਟਸ ਦੇ ਮਾਈਂਡ ਵਿੱਚ ਇੱਕ ਗੱਲ ਬੈਠ ਚੁੱਕੀ ਹੈ ਕਿ ਆਸਟ੍ਰੇਲੀਆ ਅਸੀਂ ਸਟੱਡੀ ਵੀਜ਼ਾ ਤੇ ਤਾਂ ਚਲੇ ਜਾਂਦੇ ਹਾਂ, ਲੇਕਿਨ ਉੱਥੇ PR ਵਿੱਚ ਦਿੱਕਤ ਹੈ, ਤੇ ਇਸ ਲਈ ਕੈਨੇਡਾ ਜ਼ਿਆਦਾ ਫਾਈਲਿੰਗ ਵੀ ਹੁੰਦੀ ਰਹੀ ਹੈ। ਤਾਂ ਆਬਵੀਅਸ ਹੈ ਸ਼ਾਇਦ ਇਸੇ ਚੀਜ਼ਾਂ ਕਰਕੇ, ਇਸੇ ਚੀਜ਼ਾਂ ਨੂੰ ਵੇਖਦੇ ਹੋਏ ਆਸਟ੍ਰੇਲੀਆ ਵੀ ਕੁਝ ਚੇਂਜਸ ਕਰ ਰਿਹਾ, ਤਾਂ ਕਿ ਸਟੂਡੈਂਟਸ ਦੇ ਮਨ ਵਿੱਚੋਂ ਇਹ ਚੀਜ਼ਾਂ, ਵਹਿਮ ਅਸੀਂ ਕਹਿ ਸਕਦੇ ਹਾਂ, ਇਹ ਦੂਰ ਹੋਣ ਔਰ ਵਾਕਈ ਸਟੂਡੈਂਟਸ ਉੱਥੇ PR ਹਾਸਲ ਕਰ ਸਕਣ। ਸੋ ਅਗਰ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਕਿ ਜਿਵੇਂ ਕੈਨੇਡਾ ਵਿੱਚ ਆਪਾਂ ਕਹਿੰਦੇ ਹਾਂ ਪ੍ਰੋਵਿੰਸ ਬਹੁਤ ਜ਼ਰੂਰੀ ਹੈ, ਆਸਟ੍ਰੇਲੀਆ ਦੇ ਵੀ ਕੀ? ਬਿਲਕੁਲ ਜੀ, ਪ੍ਰੋਵਿੰਸ, ਰੀਜਨਲਸ, ਸਿਡਨੀ ਔਰ ਮੈਲਬਨ ਜੀ, ਇਹ ਦੋ ਐਸੇ ਏਰੀਆਜ਼ ਨੇ ਜਿੱਥੇ ਅਗਰ ਤੁਸੀਂ ਜਾਓਗੇ ਤਾਂ ਕੱਲ ਨੂੰ PRs ਲਈ ਤੁਹਾਨੂੰ ਜ਼ਿਆਦਾ ਨੰਬਰ ਸਕੋਰ ਕਰਨੇ ਪੈਣਗੇ। ਰੀਜਨਲਸ ਦੇ ਵਿੱਚ ਈਜ਼ੀ ਹੈ। ਸਭ ਤੋਂ ਵੱਡੀ ਗੱਲ, ਅਗਰ ਤੁਹਾਡਾ ਪ੍ਰੋਫਾਈਲ ਥੋੜਾ ਜਿਹਾ ਡਾਊਨ ਹੈ ਤਾਂ ਤਸਮਾਨੀਆ, ਕੈਨਬਰਾ, ਇਹ ਐਜੀ ਚੀਜ਼ਾਂ ਨੇ ਜਿੱਥੇ ਤੁਹਾਨੂੰ ਵੀਜ਼ਾਸ ਈਜ਼ੀਲੀ ਮਿਲਦੇ ਹੈ। ਔਰ ਹਮੇਸ਼ਾ ਮੈਨੂੰ ਇਹ ਲੱਗਦਾ ਹੈ ਕਿ ਤੁਹਾਡੀ ਸਿਡਨੀ ਪ੍ਰੈਫਰੈਂਸ ਹੈ। ਅੱਜ ਇੱਕ ਬੱਚਾ ਆਇਆ ਮੇਰੇ ਕੋਲ, 7 ਬੈਂਡ ਸੀਗੇ, ਪੈਕੇਜ ਲੈਣਾ ਸੀ, ਯੂਨੀਵਰਸਿਟੀ ਜਾਣਾ ਹੈ, ਬਟ ਯੂਨੀਵਰਸਿਟੀ ਦੀ GT ਨਹੀਂ ਪਾਰ ਹੋ ਸਕਦੀ ਉਸ ਤੋਂ, ਬਿਕੋਜ਼ ਉਸਦੀ ITR ਨਹੀਂ ਹੈ। ਹੁਣ ਫੰਡਸ ਤਾਂ ਮੈਂ ਕਰ ਸਕਦਾ ਹਾਂ, ਫੀਸ ਵੀ ਭਰ ਸਕਦਾ, ਐਮਬੈਸੀ ਵੀ ਭਰ ਸਕਦਾ, ਇੰਸ਼ੋਰੈਂਸ ਵੀ ਭਰ ਸਕਦਾ, ਪਰ ITRs ਨਹੀਂ ਮੈਂ ਭਰ ਸਕਦਾ। ਹੁਣ ਇੱਥੇ ਇਹ ਦੇਖਣਾ, ਆਸਟ੍ਰੇਲੀਆ ਵਿੱਚ ਤੁਸੀਂ ਇੱਥੇ ਮੁਸ਼ਕਲ ਕਰਦੇ ਹੋ, ਤੁਸੀਂ 6-8 ਮਹੀਨੇ ਖਰਾਬ ਕਰ ਲੈਂਦੇ ਹੋ, ਯੂਨੀਵਰਸਿਟੀ ਦਾ ਆਫਰ ਤਾਂ ਆ ਜਾਂਦਾ ਹੈ, GT ਨਹੀਂ ਕਲੀਅਰ ਕਰ ਪਾਉਂਦੇ, ਉਸ ਦੌਰਾਨ ਤੁਹਾਡਾ ਈਅਰ ਆਫ ਪਾਸਿੰਗ ਚੇਂਜ ਹੋ ਜਾਂਦਾ, ਤੁਸੀਂ ਆਸਟ੍ਰੇਲੀਆ ਲਈ ਐਲੀਜੀਬਲ ਹੀ ਨਹੀਂ ਰਹਿੰਦੇ। ਤਾਂ ਆਸਟ੍ਰੇਲੀਆ ਵਿੱਚ ਲੈਵਲ 1 ਦਾ ਕਾਲਜ ਵੀ ਅਵੇਲੇਬਲ ਹੈ, ਡਿਪਲੋਮਾ ਲੀਡਿੰਗ ਟੂ ਡਿਗਰੀ ਵੀ ਅਵੇਲੇਬਲ ਹੈ। ਤਾਂ ਉਹ ਬੱਚੇ ਨੂੰ ਸਮਝਾਇਆ ਕਿ ਆਪਾਂ D to D ਚੱਲਦੇ ਹਾਂ, ਡਿਪਲੋਮਾ ਟੂ ਡਿਗਰੀ। ਜ਼ਰੂਰੀ ਨਹੀਂ ਹੈ ਕਿ ਡਾਇਰੈਕਟ ਤੁਸੀਂ ਡਿਗਰੀ ਕਰਨੀ ਹੈ, ਅਵੇਲੇਬਲ ਹੈ, ਪਾਥਵੇ ਦੇ ਰਹੇ ਹਾਂ, ਬਟ ਤੁਹਾਡੀ ਜੋ ਰਿਟਰਨਸ ਹੈ ਉਹ GT ਨੂੰ ਸਪੋਰਟ ਨਹੀਂ ਕਰਦੀ ਹੈ। ਜੀ ਅਗਲੀ ਕਾਲ ਰਿਸੀਵ ਕਰ ਲਈਏ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ ਓਕੇ, ਤੇ ਉਸ ਤੋਂ ਬਾਅਦ ਮੈਂ ਕੰਟੀਨਿਊਸਲੀ ਮੈਂ ਨਾ ਐਕਸਿਸ ਬੈਂਕ ਦੇ ਵਿੱਚ ਵਰਕਿੰਗ ਕਰ ਰਿਹਾ ਹਾਂ ਉਹ ਵਾਲਾ ਓਕੇ। ਇਹਦਾ ਹੁਣ ਮੇਰਾ ਨਾ ਪਿਛਲੇ 6 ਮਹੀਨੇ ਪਹਿਲੇ ਵੀ ਆਦਤ ਹੈ ਕਿ ਮੈਂ ਨਾ UK ਜਾ ਕੇ ਨਾ 15 ਦਿਨ ਸਟੱਡੀ ਕਰਾਂ। ਓਕੇ, ਤੇ ਮੈਨੂੰ ਮੇਰੇ ਨਾਲ ਇੰਡੀਆ ਤੋਂ ਸੋਚੇ ਮੇਰਾ ਆਫਰ ਦਾ ਅਪਲਾਈ ਕਰਦਾ ਤੇ 2-3 ਮਹੀਨੇ ਹੋ ਗਏ ਤਾਂ ਕਦੇ ਆਫਰ ਨਹੀਂ ਆਇਆ। ਠੀਕ ਹੈ, ਆਫਰ ਲੈਟਰ ਆ ਗਿਆ ਤੇ ਸਾਨੂੰ ਆਈਲੈਟਸ ਕਰਕੇ ਜ਼ਰੂਰੀ ਆਈਲੈਟਸ ਵੀ ਕਰਦੇ ਸੀ ਕਿ ਇਹ ਆਈਲੈਟਸ ਵੀ ਉਹਦੇ 6 ਤੇ 1 ਤੋਂ 5 ਹੈ। ਅੱਛਾ, ਉਹ ਤਾਂ ਵੈਸੇ ਸੈਟ ਪਾਉਂਦੇ 2 ਤੋਂ 5 ਮੰਗੀ ਸੀ। ਹੁਣ ਮੈਂ ਉਹਦੀ ਬੈਚ ਕੋਲ ਦਿੱਤੇ ਹੋਏ 2 ਮਹੀਨੇ ਤੋਂ ਜ਼ਿਆਦਾ ਹੋ ਗਿਆ ਪਰ ਫਾਈਨਲ ਆਫਰ ਲੈਟਰ ਨਹੀਂ ਆਇਆ। ਤੇ ਮੈਂ ਤੁਹਾਨੂੰ ਉਹ ਪੁੱਛਣਾ ਚਾਹੁੰਦਾ ਸੀ ਕਿ ਜੇ ਕੋਈ UK ਜਿੱਦਾਂ ਮੈंने ਆਈਲੈਟਸ ਕੀਤੀ ਹੈ, ਆਈਲੈਟਸ ਦੇ ਨਾਲ ਕੋਈ ਯੂਨੀਵਰਸਿਟੀ ਆਫਰ ਦੇਗੀ, ਇੰਟੇਕ ਕਿਹੜਾ ਹੈ ਜਾਂ ਬਿਨਾਂ ਆਈਲੈਟਸ ਤੋਂ ਕਿੰਨਾ ਸਮਝ ਨਹੀਂ ਆ ਰਿਹਾ। ਓਕੇ ਜੀ, ਬਿਲਕੁਲ। ਤੁਹਾਡੀ ਪ੍ਰੋਬਲਮ ਤੁਹਾਡੀ ਨਹੀਂ, ਬੜੇ ਸਾਰੇ ਲੱਖਾਂ ਬੱਚਿਆਂ ਦੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ। ਬੱਚਾ ਨੂੰ ਆਫਰ ਤਾਂ ਆ ਜਾਂਦਾ ਹੈ ਪਰ ਕੰਡੀਸ਼ਨਲ ਆਉਂਦਾ ਹੈ, ਕੰਡੀਸ਼ਨਸ ਬਹੁਤ ਸਾਰੀਆਂ ਆ ਜਾਂਦੀਆਂ, ਗੈਪ ਦੇ ਦਿਓ, ਲੈਂਗੁਏਜ ਟੈਸਟ ਦੁਬਾਰਾ ਦੇ ਦਿਓ, ਇੰਟਰਵਿਊ ਦੇ ਦਿਓ। ਜਦੋਂ ਬੱਚਾ ਮੇਰੇ ਕੋਲ ਕਾਉਂਸਲਿੰਗ ਲਈ ਆਉਂਦਾ ਮੈਂ ਪਹਿਲੇ ਇਹ ਦੇਖਦਾ ਕਿ ਬੱਚਾ ਇੰਟਰਵਿਊ ਦੇ ਸਕਦਾ, ਕਿ ਬੱਚੇ ਨੂੰ ਅੱਜ ਤਾਂ ਆਫਰ ਲੈਟਰ ਦੇ ਦੂਗੀ ਜੋ ਯੂਨੀਵਰਸਿਟੀ, ਕੱਲ ਨੂੰ ਇਹ ਤਾਂ ਨਹੀਂ ਕਹੂਗੀ ਹੁਣ ਆਇਲਸ ਦੁਬਾਰਾ ਦੇ ਦਿਓ। ਬਿਲਕੁਲ, ਤਾਂ ਬੱਚੇ ਲਈ ਮੈਨੂੰ ਲੱਗਦਾ ਆਇਲਸ ਦੁਬਾਰਾ ਦੇਣਾ ਤਾਂ ਅਗਨੀ ਪ੍ਰੀਖਿਆ ਹੈ, ਕਿਉਂਕਿ ਮਸਾਂ ਹੀ ਵਿਚਾਰਾ ਇੱਕ ਵਾਰੀ ਦੇ ਕੇ ਕੰਨਾਂ ਨੂੰ ਹੱਥ ਲਾ ਲੈਂਦਾ। ਤਾਂ ਇਹ ਚੀਜ਼ ਤੁਹਾਡੇ ਕੰਸਲਟੈਂਟ ਨੂੰ ਪਤਾ ਹੋਣੀ ਚਾਹੀਦੀ ਕਿ ਕਿਹੜੀ ਯੂਨੀਵਰਸਿਟੀ ਇੰਟਰਵਿਊ ਨਹੀਂ ਲਏਗੀ, ਕਿਹੜੀ ਯੂਨੀਵਰਸਿਟੀ ਤੁਹਾਨੂੰ ਕੱਲ ਨੂੰ ਤੁਹਾਡੇ ਬੱਚੇ ਨੂੰ ਇੰਗਲਿਸ਼ ਲਈ ਦੁਬਾਰਾ ਇਹ ਨਹੀਂ ਕਹੇਗੀ ਮੈਨੂੰ ਆਇਲਸ ਦਿਓ, ਮੈਨੂੰ UK VI ਦਿਓ, ਕਿਉਂਕਿ ਐਡਵਰਟਾਈਜ਼ ਤਾਂ ਕਰ ਦਿੰਦਾ ਹੈ ਕੰਸਲਟੈਂਟ ਕਿ ਵਿਦਆਊਟ ਆਇਲਸ ਜਾਓ ਜੀ, 60-70% ਨੰਬਰ ਹੈ। ਕਿ ਉਹ ਸਾਡੇ 70% ਨੰਬਰ 80% ਨੰਬਰ ਨੂੰ ਵੈਲਿਡ ਮੰਨਦੇ ਆ? ਉਹ ਪਹਿਲੇ ਤਾਂ ਆਫਰ ਦੇ ਦਿੰਦੇ ਆ, ਜਦੋਂ ਕੈਸ਼ ਦੀ ਵਾਰੀ ਆਉਂਦੀ ਹੈ, ਕੈਸ਼ ਡਰਾਫਟ ਕਰਦੇ ਆ, ਉਦੋਂ ਕੈਸ਼ ਤੋਂ ਪਹਿਲੇ ਇੱਕ ਮੇਲ ਪਾ ਦਿੰਦੇ ਕਿ ਮੈਨੂੰ ਆਇਲਸ ਦੇ ਦਿਓ। ਤਾਂ ਇਸ ਲਈ ਇਹ ਚੀਜ਼ ਤੁਹਾਨੂੰ ਸਮਝਣੀ ਜ਼ਰੂਰੀ ਹੈ ਕਿ ਜੋ ਤੁਹਾਡਾ ਆਫਰ ਲੈਟਰ ਹੈ ਉਹ ਪਹਿਲੀ ਗੱਲ ਤਾਂ ਨੋਨ ਕੰਡੀਸ਼ਨਲ ਆਉਣਾ ਚਾਹੀਦਾ।
ਦੂਜੀ ਚੀਜ਼ ਕੈਸ਼ ਲਈ ਇਹ ਸ਼ਰਤ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਆਇਲਸ ਦੁਬਾਰਾ ਦੋਗੇ ਜਾਂ ਇੰਟਰਵਿਊ ਦੋਗੇ ਜੀ, ਕਿਉਂਕਿ ਇੰਟਰਵਿਊ ਬਹੁਤ ਸਾਰੇ ਬੱਚੇ ਚਾਹੇ ਉਹਨਾਂ ਦੇ 6 ਵੀ ਹੈ 1 ਵੀ 5.5 ਹੈ 6 ਈਚ ਵੀ ਹੈ ਇੰਟਰਵਿਊ ਨਹੀਂ ਕਰੈਕ ਕਰ ਪਾਉਂਦੇ ਬਿਕੋਜ਼ ਦਾ ਵੇ ਦੇ ਸਪੀਕ ਦਾ ਵੇ ਅਸੀਂ ਜਵਾਬ ਦਿੰਦੇ ਹਾਂ ਉਹ ਨਹੀਂ ਕਿਉਂਕਿ ਗੱਲ ਇਹ ਹੈ ਕਿ ਜਦੋਂ ਤੁਸੀਂ ਪੇਪਰ ਦੇ ਕੇ ਨਿਕਲਦੇ ਹੋ ਜੀ ਨਿਕਲੇ ਜੇ ਤੁਹਾਡਾ 10 ਦਿਨ ਬਾਅਦ ਵੀ ਦੁਬਾਰਾ ਪੇਪਰ ਹੋ ਜਾਏ ਤਾਂ ਤੁਸੀਂ ਉਨੇ ਬੈਂਡ ਨਹੀਂ ਡਿਮਾਂਡ ਕਰ ਸਕਦੇ ਜਾਂ ਨਹੀਂ ਸਕੋਰ ਕਰ ਸਕਦੇ ਉਹਦੀ ਪ੍ਰੋਬਲਮ ਇਹ ਹੈ ਕਿ ਤੁਸੀਂ ਪ੍ਰੈਕਟਿਸ ਛੱਡ ਦਿੰਦੇ ਹੋ ਬਿਲਕੁਲ ਜੀ ਤਾਂ ਜਦੋਂ ਤੁਸੀਂ ਪ੍ਰੈਕਟਿਸ ਕਿਸੇ ਚੀਜ਼ ਦੀ ਛੱਡ ਦਿੰਦੇ ਹੋ ਉਸ ਨੂੰ ਬਿਲਕੁਲ ਦਿਮਾਗ ਤੋਂ ਹਟਾ ਦਿੰਦੇ ਹੋ ਤਾਂ ਦੁਬਾਰਾ ਅਗਰ ਉਸ ਨੂੰ ਟੈਸਟ ਦੋਗੇ ਤਾਂ ਉਹਨੇ ਸਕੋਰ ਨਹੀਂ ਕਰ ਸਕਦੇ ਬਿਲਕੁਲ ਤਾਂ ਇਸ ਲਈ ਇਹ ਮੈਂ ਜਦੋਂ ਮੇਰੇ ਕੋਲ ਬੱਚਾ ਆਉਂਦਾ ਮੈਂ ਅਪਲਾਈ ਕਰਦਾ ਤਾਂ ਮੈਂ ਇਹ ਚੀਜ਼ ਦੇਖਦਾ ਸਾਰੀ ਕਿ ਇਹ ਯੂਨੀਵਰਸਿਟੀ ਕੀ ਡਿਮਾਂਡ ਕਰੇਗੀ ਸੈਕਿੰਡ ਚੀਜ਼ ਨਵੰਬਰ ਇਨਟੇਕ ਇਸ ਸਮੇਂ ਅਵੇਲੇਬਲ ਹੈ ਜੈਨ ਅਵੇਲੇਬਲ ਹੈ ਬਟ ਮੈਂ ਪ੍ਰੈਫਰ ਜੈਨ ਨੂੰ ਕਰਦਾ ਕਿ ਮਹੀਨਾ ਜ਼ਿਆਦਾ ਹੋ ਜਾਏ ਚਾਹੇ ਕੋਈ ਪ੍ਰੋਬਲਮ ਨਹੀਂ ਹੈ ਬਟ ਸਾਰੀ ਚੀਜ਼ਾਂ ਸਮੂਥਲੀ ਡਨ ਹੋ ਜਾਣ ਕਿਉਂਕਿ ਵਿੱਚ ਕੀ ਹੋਇਆ ਪਿੱਛੇ ਯੂਕੇ ਨੇ ਇੱਕ ਇਨਟੇਕ ਜੋ ਸੀ ਉਹ ਹਟਾਤਾ ਇੱਕ ਇਨਟੇਕ ਜੰਪ ਕਰਤਾ ਐਮਬੈਸੀ ਦੇ ਕਹਿਣ ਤੇ ਯੂਨੀਵਰਸਿਟੀਜ਼ ਨੂੰ ਜੰਪ ਕਰਨਾ ਪਿਆ ਉਹਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਮਿਸਮੈਨੇਜਮੈਂਟ ਹੋ ਗਈ ਕਿਉਂਕਿ ਜਿਨ੍ਹਾਂ ਦੀ ਫੀਸਾਂ ਭਰੀਆਂ ਸੀ ਕੈਸ਼ ਨਹੀਂ ਆਏ ਲੋਕਾਂ ਦੇ ਫੰਡਸ ਪਏ ਕਈਆਂ ਦੀ ਪੈਸੇ ਉੱਥੇ ਫਸ ਗਏ ਕਿਉਂਕਿ ਹਰੇਕ ਨੇ ਇੱਕ ਸਰਕਲ ਬਣਾਇਆ ਇੱਕ ਲਿਮਿਟਡ ਏਰੀਆ ਆਫ ਸਰਕਲ ਹੁੰਦਾ ਹੈ ਕਿ ਇੰਨੇ ਟਾਈਮ ਬਾਅਦ ਮੇਰੇ ਪੈਸੇ ਦਾ ਸਰਕਲ ਇੱਦਾਂ ਘੁੰਮ ਜਾਏਗਾ ਤਾਂ ਇਸ ਲਈ ਬੜੀ ਸੋਚ ਸਮਝ ਕੇ ਕਾਉਂਸਲਿੰਗ ਦਿੱਤੀ ਜਾਂਦੀ ਹੈ ਇਸ ਲਈ ਇਹਨੂੰ ਕਾਉਂਸਲਿੰਗ ਕਹਿੰਦੇ ਆ ਕਿ ਸਾਨੂੰ ਇਹ ਦੇਖਣਾ ਹੈ ਕਿ ਅਸੀਂ ਕਿਸ ਟਾਰਗੇਟ ਤੋਂ ਬਾਅਦ ਬੱਚੇ ਨੂੰ ਕਿੱਥੋਂ ਤੱਕ ਜੋ ਹੈ ਉਹ ਸਟ੍ਰੈਚ ਕਰ ਲਾਂਗੇ ਤਾਂ ਨਵੰਬਰ ਐਂਡ ਜਨਵਰੀ ਇਨਟੇਕ ਅਵੇਲੇਬਲ ਹੈ ਔਰ ਪੈਕੇਜ ਮੈਂ ਤੁਹਾਨੂੰ ਦੱਸ ਹੀ ਰਿਹਾ ਕਿ ਅਸੀਂ ਤੁਹਾਨੂੰ ਪੈਕੇਜ ਦੇ ਸਕਦੇ ਹਾਂ ਤੁਸੀਂ ਕੈਨੇਡਾ ਪੈਕੇਜ ਚਾਹੁੰਦੇ ਹੋ ਤੁਸੀਂ ਯੂਕੇ ਚਾਹੁੰਦੇ ਹੋ ਤੁਸੀਂ ਆਸਟ੍ਰੇਲੀਆ ਚਾਹੁੰਦੇ ਹੋ ਔਰ ਸੈਕਿੰਡ ਚੀਜ਼ ਆਇਲਸ ਅਗਰ ਆਇਲਸ ਨੂੰ ਲੈ ਕੇ ਵੀ ਅਨਾਉਂਸਮੈਂਟ ਹੈ ਕਿ ਅਗਰ ਆਇਲਸ ਤੁਸੀਂ ਕਰਨੀ ਹੈ ਔਰ ਆਇਲਸ ਨਹੀਂ ਕਰੈਕ ਕਰ ਸਕਦੇ ਤਾਂ ਅਸੀਂ ਤੁਹਾਡੀ ਆਇਲਸ ਵਿੱਚ ਵੀ ਹੈਲਪ ਕਰਾਂਗੇ ਅਸੀਂ ਤੁਹਾਨੂੰ ਅਸਿਸਟ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਆਇਲਸ ਨੂੰ ਕਰੈਕ ਕਰ ਸਕਦੇ ਹੋ ਆਪਣੇ 6 ਈਚ ਜਾਂ 777-8 ਕਿਸ ਤਰ੍ਹਾਂ 8777 ਕਿਸ ਤਰ੍ਹਾਂ ਤੁਸੀਂ ਸਕੋਰ ਕਰ ਸਕਦੇ ਹੋ ਔਰ ਸਭ ਤੋਂ ਵੱਡੀ ਗੱਲ ਸਭ ਤੋਂ ਜ਼ਰੂਰੀ ਚੀਜ਼ਾਂ ਇਹ ਨੇ ਕਿ ਕਾਲਜ ਐਂਡ ਯੂਨੀਵਰਸਿਟੀਜ਼ ਜਾਂ ਜੋ ਅੱਜ ਦਾ ਰੂਲ ਹੈ ਜਾਂ ਕੰਸਲਟੈਂਟ ਨੂੰ ਇਹ ਪਤਾ ਹੋਣਾ ਚਾਹੀਦਾ ਅੱਜ ਮੈਂ ਇਹਦੀ ਫਾਈਲ ਲਾ ਰਿਹਾ ਤਾਂ ਜਨਵਰੀ ਇਨਟੇਕ ਹੈ ਉਦੋਂ ਤੋਂ ਲੈ ਕੇ ਜਨਵਰੀ ਤੱਕ ਚੇਂजेस ਤਾਂ ਨਹੀਂ ਆ ਜਾਣਗੀਆਂ ਅਗਰ ਚੇਂजेस ਆਣਗੀਆਂ ਤਾਂ ਕੀ ਆਣਗੀਆਂ ਪਹਿਲਾਂ ਹੀ ਪ੍ਰਿਪੇਅਰ ਕੀਤਾ ਜਾਏ ਔਰ ਮੇਰੇ ਸਟੂਡੈਂਟ ਨੂੰ ਉਸ ਦਾ ਕੀ ਅਸਰ ਪਏਗਾ ਹੁਣ ਤੁਸੀਂ ਦੇਖਿਆ ਹੋਣਾ ਕਿਊਬਿਕ ਦੇ 3 ਕਾਲਜ ਫਸੇ ਬਹੁਤ ਸਾਰੇ ਬੱਚੇ ਫਸੇ ਜੀ ਸਾਡਾ ਇੱਕ ਵੀ ਬੱਚਾ ਨਹੀਂ ਫਸਿਆ ਉਹ ਕਾਰਨ ਇਹ ਹੈ ਕਿ ਤੁਹਾਡੀ ਅਸੈਸਮੈਂਟ ਹੋਣੀ ਚਾਹੀਦੀ ਹੈ ਇਮੀਗ੍ਰੇਸ਼ਨ ਵਿੱਚ ਫॉर ਨੈਕਸਟ 1 ਈਅਰ ਦੀ ਕਿ ਇਹ ਕੰਟਰੀ ਅਗਲੇ 3 ਸੈਸ਼ਨ ਵਿੱਚ ਕਿੱਦਾਂ ਰਿਐਕਟ ਕਰੇਗੀ ਬਿਲਕੁਲ ਤੁਸੀਂ ਅੱਜ ਦੇ ਰੂਲਸ ਦੇ ਅਕੋਰਡਿੰਗ ਅਗਲਾ ਸਾਲ ਪ੍ਰੈਡਿਕਟ ਨਹੀਂ ਕਰ ਸਕਦੇ ਬਿਲਕੁਲ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਗਲੇ 3 ਸੈਸ਼ਨ ਇਹ ਕੰਟਰੀ ਕਿਸ ਤਰ੍ਹਾਂ ਰਿਐਕਟ ਕਰੇਗੀ ਕੀ ਇੰਟਰਨਲ ਪਾਲਿਸੀਜ਼ ਚੱਲ ਰਹੀਆਂ ਆਉਣ ਵਾਲੀ ਪਾਲਿਸੀਜ਼ ਕੀ ਰਹਿਣਗੀਆਂ ਔਰ ਅੱਗੇ ਵਰਕ ਪਰਮਿਟ ਪੀਆਰ ਕਾਲਜ ਨੂੰ ਵੀਜ਼ਾ ਸਕਸੈਸ ਰੇਟ ਇਹ ਸਾਰਾ ਡਿਪੈਂਡ ਕਰਦਾ ਔਰ ਇਸ ਚੀਜ਼ ਲਈ ਕੰਸਲਟੈਂਟ ਦਾ ਰਿਸਰਚ ਐਂਡ ਡਿਵੈਲਪਮੈਂਟ ਤੇ ਬਹੁਤ ਜ਼ਿਆਦਾ ਫੋਕਸਡ ਹੋਣਾ ਬਹੁਤ ਜ਼ਰੂਰੀ ਬਿਲਕੁਲ ਸਹੀ ਕਿਹਾ ਤੁਸੀਂ ਅਗਲੇ ਕਾਲਰ ਦਾ ਵੀ ਸਵਾਲ ਅਸੀਂ ਸੁਣ ਲਈਏ ਉਹ ਕੀ ਪੁੱਛਣਾ ਚਾਹੁੰਦੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਸਵਾਲ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਮੈਮ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ 2021 ਦੇ ਵਿੱਚ ਬੀਬੀਏ ਕਰੀ ਹੋਈ ਹੈ ਓਕੇ ਹਾਂਜੀ ਮੈਂ ਨਾ 2 ਤੋਂ 3 ਵਾਰ ਪੇਪਰ ਦਿੱਤਾ ਹੈ ਇਸਦਾ ਤੇ ਮੇਰੇ ਕਦੇ ਰੀਡਿੰਗ ਚੋਂ ਕਰ ਜਾਂਦੇ ਕਦੇ ਰਾਈਟਿੰਗ ਦੇ ਵਿੱਚ ਮਤਲਬ ਓਵਰਆਲ ਤਾਂ 6 ਨੇ ਇੱਕ ਚੋਂ 5.5 ਨੇ ਠੀਕ ਹੈ ਮੈਂ ਐਕਚੁਅਲੀ ਪੁੱਛਣਾ ਸੀ ਜੇ ਮੈਂ ਹੁਣ ਅਪਲਾਈ ਕਰਦੀ ਹਾਂ ਤਾਂ ਮੈਨੂੰ ਇੱਕ ਟੇਕ ਕਿਹੜਾ ਮਿਲੂਗਾ ਮਤਲਬ ਜੇ ਮੈਂ ਅਪਲਾਈ ਕਰਦੀ ਹਾਂ ਬੈਂਕ ਸਕੂਲ ਤੇ ਮੇਰਾ ਮਤਲਬ ਮੈਨੂੰ ਵੀਜ਼ਾ ਮਿਲ ਜਾਏਗਾ ਤਾਂ ਕਿਵੇਂ ਮੈਨੂੰ ਉਹ ਚੀਜ਼ ਕਲੀਅਰ ਕਰਨੀ ਸੀ ਮੈਨੂੰ ਟੇਕ ਕਿਹੜਾ ਮਿਲੂਗਾ ਕਿਹੜੀ ਕੰਟਰੀ ਲਈ ਅਪਲਾਈ ਕਰਨਾ ਤੁਸੀਂ ਹੈਲੋ ਕਿਹੜੀ ਕੰਟਰੀ ਲਈ ਅਪਲਾਈ ਕਰਨਾ ਤੁਸੀਂ ਕੈਨੇਡਾ ਲਈ ਓਕੇ ਦੇਖੋ ਜੀ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਕਿ ਅਗਰ ਤੁਸੀਂ ਗ੍ਰੈਜੂਏਟ ਹੋ ਔਰ 1 ਵੀ 5.5 ਹੈ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਤੁਹਾਨੂੰ ਆਫਰ ਲੈਟਰ ਦੇ ਨਾਲ ਪੀਟੀ ਜ਼ਰੂਰ ਇੱਕ ਵਾਰੀ ਕਰਨੀ ਚਾਹੀਦੀ ਬਿਕੋਜ਼ ਵੀਜ਼ਾ ਲੌਂਚਮੈਂਟ ਸਾਡਾ ਟਾਰਗੇਟ ਨਹੀਂ ਹੋਣਾ ਚਾਹੀਦਾ ਵੀਜ਼ਾ ਲੈਣਾ ਵੀ ਸਾਡਾ ਟਾਰਗੇਟ ਹੋਣਾ ਚਾਹੀਦਾ ਇਸ ਬੈਂਡ ਸਕੋਰ ਤੇ ਵੀਜ਼ਾ ਲੌਂਚਮੈਂਟ ਤਾਂ ਕੀਤਾ ਜਾ ਸਕਦਾ ਹੈ ਬਟ ਵੀਜ਼ਾ ਨਹੀਂ ਆਉਂਦਾ ਇਸ ਸਕੋਰ ਤੇ ਖਾਸ ਕਰ ਗ੍ਰੈਜੂਏਸ਼ਨ ਪਾਸ ਬੱਚਿਆਂ ਦਾ ਤਾਂ ਐਕਚੁਅਲੀ ਹੁਣ ਜੋ ਸਮੇਂ ਹੈ ਇਮੀਗ੍ਰੇਸ਼ਨ ਵਿੱਚ ਉਹ ਇਹ ਹੈ ਕਿ ਤੁਸੀਂ ਐਕਸੈਪਟ ਦ ਟਰੁੱਥ ਸੱਚ ਕੀ ਹੈ ਤੁਹਾਡੀ ਪ੍ਰੋਫਾਈਲ ਲਈ ਕੀ ਸੱਚ ਹੈ
ਕਿਉਂਕਿ ਪਹਿਲੇ ਕੀ ਸੀ, ਕਿਤੇ ਨਾ ਕਿਤੇ 2 ਵਾਰੀ 3 ਵਾਰੀ ਫਾਈਲ ਲਾ ਦਿੰਦਾ ਸੀ ਕੰਸਲਟੈਂਟ, 10 ਵਿੱਚੋਂ 4-5 ਦਾ ਵੀਜ਼ਾ ਆ ਜਾਂਦਾ ਸੀ। ਬਟ ਹੁਣ ਅੰਬੈਸੀਜ਼ ਬਾਇਆ ਸੌਫਟਵੇਅਰ ਚੱਲ ਰਹੀ ਹੈ। ਓਕੇ, ਤਾਂ ਕੰਪਿਊਟਰ ਐਂਡ ਸੌਫਟਵੇਅਰ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੇ ਦੇयर इज नो ਇਮੋਸ਼ਨ। ਉਹਨੇ ਆਪਣੀ ਟ੍ਰੇਨਡ ਪ੍ਰੋਗਰਾਮ ਦੇ ਅਕੋਰਡਿੰਗ ਹੀ ਕਰਨਾ, ਚਾਹੇ 3 ਵਾਰ ਲਾ ਦਿਓ, 4 ਵਾਰ ਲਾ ਦਿਓ, 5 ਵਾਰ ਲਾ ਦਿਓ। ਬਿਲਕੁਲ ਜੀ ਜੀ। ਤਾਂ ਇਸ ਲਈ ਇਹ ਚੀਜ਼ ਤੁਹਾਨੂੰ ਧਿਆਨ ਦੇਣੀ ਪਏਗੀ ਕਿ ਆਫਟਰ ਗ੍ਰੈਜੂਏਸ਼ਨ, ਦੇਖੋ ਆਫਟਰ +2 ਡੈਫੀਨੇਟਲੀ ਵੀ ਵਿਲ ਟਰਾਈ ਵੀਜ਼ਾ ਆਉਂਦਾ। ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਤੁਸੀਂ 7 ਲੱਖ GIC ਭਰ ਕੇ, 12 ਲੱਖ ਫੀਸ ਭਰ ਕੇ, ਜਾਂ 10 ਲੱਖ ਫੀਸ ਭਰ ਕੇ, 8 ਲੱਖ ਫੀਸ ਭਰ ਕੇ ट्राई करना चाह रहे हो कि वीज़ा आएगा या नहीं आएगा, रिस्क ले रहे हैं बिल्कुल, या थोनू पता है कि वीज़ा आएगा, 1-2% चांसेस है कि वीज़ा मिलेगा या कोई प्रॉब्लम आएगी, क्योंकि ये पता होना चाहिए। और हमेशा बीइंग अ कंसल्टेंट मेरी हमेशा पार्ट ऑफ प्रैक्टिस रहा है कि मैं स्टूडेंट ਨੂੰ काउंसल आने वाले 2 साल के अकॉर्डिंग करदा कि फ्यूचर ऑफ इमीग्रेशन की है। क्योंकि अगर ਅਸੀਂ ਪਲੈਨਿੰਗ ਨਹੀਂ ਕਰਾਂਗੇ ਕਿ ਅੱਜ ਤੋਂ 2 ਸਾਲ 4 ਸਾਲ ਬਾਅਦ ਜੋ ਮੈਂ ਸਟੂਡੈਂਟ ਭੇਜ ਰਿਹਾ ਉੱਥੇ ਕਿੱਦਾਂ ਰਿਐਕਟ ਕਰੂਗਾ, ਉਹ ਕਿੱਦਾਂ ਪਹੁੰਚੂਗਾ, ਕੀ ਰੂਲਸ ਰਹਿਣਗੇ, ਤਾਂ ਉਹਦੇ ਬਿਨਾ ਮੁਸ਼ਕਿਲ ਹੈ ਸ਼ਾਇਦ 15 ਸਾਲ 18 ਸਾਲ ਦੀ ਜਰਨੀ ਤੈਅ ਕਰਨਾ। ਬਿਲਕੁਲ। ਤਾਂ ਇਸ ਲਈ ਇਹ ਚੀਜ਼ਾਂ ਤੋਂ ਵਾਕਿਫ ਹੋਣਾ ਜ਼ਰੂਰੀ ਹੈ। ਤਾਂ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ, ਬਹੁਤ ਸਾਰੇ ਗੂਗਲ 'ਤੇ ਸੌਫਟਵੇਅਰਸ ਨੇ, ਤੁਸੀਂ ਕੋਰਸ ਸਰਚ ਕਰ ਸਕਦੇ ਹੋ, ਬਹੁਤ ਸਾਰੇ ਸੌਫਟਵੇਅਰਸ ਹੈ, ਤੁਸੀਂ ਫਾਈਲ ਬਾਰੇ ਸਿੱਖ ਸਕਦੇ ਹੋ। बट फ्यूचर ऑफ इमीग्रेशन ਨੂੰ ਧਿਆਨ ਵਿੱਚ ਰੱਖ ਕੇ ਗਾਈਡ ਕਰਨਾ ਕੰਸਲਟੈਂਟ ਦਾ ਕੰਮ ਹੈ। ਸੈਕਿੰਡ ਚੀਜ਼, ਐਜੂਕੇਟਿਡ ਲਾਇਰਸ ਦੀ ਟੀਮ ਵੀ ਨਾਲ ਹੋਣੀ ਬੜੀ ਜ਼ਰੂਰੀ ਹੈ, ਬਿਕੋਜ਼ ਸਾਨੂੰ ਪਤਾ ਹੈ ਕਿ ਫਾਈਲ ਕਿੱਦਾਂ ਲਾਣੀ ਹੈ, ਬਟ ਐਕਟ ਦੇ ਅਕੋਰਡਿੰਗ ਕੱਲ੍ਹ ਨੂੰ ਉਹਦੇ 'ਤੇ ਕੀ ਐਕਸ਼ਨ ਲੈਣਾ ਹੈ। ਕੱਲ੍ਹ ਨੂੰ ਤੁਸੀਂ ਉੱਥੇ ਜਾਓਗੇ, ਤੁਹਾਡਾ ਵਰਕ ਪਰਮਿਟ ਕਿੱਦਾਂ ਡਿਮਾਂਡ ਕਰਨਾ, ਤੁਹਾਡੀ PR ਕਿੱਦਾਂ ਡਿਮਾਂਡ ਕਰਨਾ, ਟਰਮਸ ਵੀ ਫੁੱਲਫਿਲ ਹੁੰਦੀਆਂ ਹੋਣੀਆਂ। ਬਿਲਕੁਲ, ਉਹ ਸਾਰੀ ਚੀਜ਼ਾਂ ਦਾ ਇੱਕ ਅੱਜ ਇਹ ਸਾਰੀ ਚੀਜ਼ਾਂ ਜ਼ਰੂਰੀ ਹੋ ਗਈਆਂ ਕਿ ਬੱਚੇ ਨੂੰ ਕਾਉਂਸਲਿੰਗ ਦੇ ਵਿੱਚ। ਜੀ, ਤਾਂ ਬੱਚੇ ਨੂੰ ਇਹ ਦੇਖਣਾ ਚਾਹੀਦਾ ਕਿ ਜਿਸ ਕੰਸਲਟੈਂਟ ਕੋਲ ਜਾ ਰਹੇ ਹੋ ਉਹਦੀ ਬੈਕਗਰਾਉਂਡ, ਉਹਦੀ ਟੀਮ, ਉਹਦਾ ਇਨਫਾ ਕਿੰਨਾ ਵੱਡਾ, ਕਿੰਨੇ ਵੱਡੇ ਲੋਕਾਂ ਦੀ ਟੀਮ ਉਹਦੇ ਨਾਲ ਕੰਮ ਕਰ ਰਹੀ ਹੈ, ਕਿੰਨੇ ਐਕਸਪਰਟਸ ਦੀ ਟੀਮ ਉਹਦੇ ਨਾਲ ਕੰਮ ਕਰ ਰਹੀ ਹੈ। ਕਿਉਂਕਿ ਇੱਕ ਬੰਦਾ ਸਾਰਾ ਕੁਝ ਨਹੀਂ ਕਰ ਸਕਦਾ। ਬਿਲਕੁਲ ਬਿਲकुल। ਹਮੇਸ਼ਾ ਵੀ ਜੋ ਹੈ ਮਤਲਬ ਇੱਕ ਟੀਮ ਜਿੱਤਦੀ ਹੈ। ਇੱਕ ਫਾਈਲ ਜਦੋਂ ਵੀਜ਼ਾ ਲੈਂਦੀ ਹੈ ਤਾਂ ਸਾਡੀ ਇੱਕ ਟੀਮ ਦਾ ਸ਼੍ਰੇ ਹੁੰਦਾ ਹੈ, ਕਿਉਂਕਿ ਉਹਦੇ 'ਚ ਵੀਜ਼ਾ SOP ਲਿਖਣ ਵਾਲੇ ਦਾ, ਉਹਦੇ ਵਿੱਚ ਫਾਈਲ ਲਿਖਣਾ ਦਾ, ਐਡਮਿਸ਼ਨ ਦਾ, ਐਕਸਪਰਟਾਈਜ਼ ਦਾ, ਮੇਰੀ ਰਾਏ ਦਾ, ਬੜਾ ਕੁਝ ਉਹਦੇ ਵਿੱਚ ਜੋ ਹੈ ਉਹ ਡਿਪੈਂਡ ਕਰਦਾ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਇਸ ਲਈ ਹਰ ਵਾਰੀ ਅਸੀਂ ਸ਼ੋਅ ਵਿੱਚ ਇਹ ਤੁਹਾਨੂੰ ਕਹਿੰਦੇ ਹਾਂ ਕਿ ਚੰਗੇ ਕੰਸਲਟੈਂਟ ਦੀ ਚੋਣ ਕਰਿਆ ਕਰੋ ਤਾਂ ਕਿ ਸਹੀ ਤਰੀਕੇ ਨਾਲ ਤੁਸੀਂ ਆਪਣੀ ਵੀਜ਼ਾ ਪ੍ਰੋਸੈਸ ਫਾਈਲ ਜੋ ਹੈ ਪ੍ਰੋਸੈਸ ਕਰਵਾ ਕੇ ਵੀਜ਼ਾ ਹਾਸਲ ਕਰ ਸਕੋ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਤੁਹਾਡਾ? ਹਾਂਜੀ, ਆਪਣੀ ਪ੍ਰੋਫਾਈਲ ਦੱਸ ਦਿਓ। ਓਕੇ, ਕਿੰਨਾ 18 ਵਿੱਚ ਤੁਸੀਂ BCom ਕੀਤੀ ਹੈ? ਓਕੇ, ਠੀਕ ਹੈ। ਹਾਂਜੀ, ਕਿੰਨੀ ਪਰਸੈਂਟੇਜ ਕਹਿ ਰਹੇ ਹੋ? 56। ਓਕੇ, ਆਇਲਸ ਕਲੀਅਰ ਹੈ ਤੁਹਾਡਾ? ਕਿੱਥੇ ਲਈ ਅਪਲਾਈ ਕਰਨਾ ਤੁਸੀਂ ਹੁਣ? ਹਾਂਜੀ ਸਰ। ਦੇਖੋ ਜੀ, ਤੁਸੀਂ ਬਿਕੋਜ਼ 18 ਪਾਸ ਆਊਟ ਹੋ, ਸਾਨੂੰ ਇਹ ਦੇਖਣਾ ਹੈ ਕਿ 18 ਤੋਂ ਬਾਅਦ ਤੁਸੀਂ ਕੀ ਕੀਤਾ, ਉਸ ਦਾ ਐਵੀਡੈਂਸ ਕੀ ਹੈ, ਰਿਟਰਨਸ ਕੀ ਹੈ। ਕਿਉਂਕਿ ਬਹੁਤ ਵਾਰ ਬੱਚਾ ਕਹਿੰਦਾ ਹੈ ਕਿ ਮੈਂ ਬਹੁਤ ਸਾਰੀ ਐਡਵਰਟਾਈਜ਼ਮੈਂਟ ਦੇਖਦਾ ਗੈਪ ਐਕਸੈਪਟਡ, ਬਟ गैप किस तरह एक्सपेक्ट, और खासकर ऑस्ट्रेलिया का काम की है, ऑस्ट्रेलिया दी कॉलेज एंड यूनिवर्सिटीज़ आर वेरी स्ट्रिक्ट बिकॉज लैवल डिग जाता कॉलेज यूनिवर्सिटी का। जद ही अगर नंबर ऑफ वीज़ास गिर जान तो नाल दी नाल जो अंबैसी है उन्हों का लैवल डिक्रीज़ कर देंदी है। तो इसलिए ईयर ऑफ पासिंग नूं लैके बहुत सख्त है यूनिवर्सिटीज़। तो थोनों अपनी प्रोफाइल्स भेजनी पेगी तो डिसाइड करांगे। वैसे 18 पास आउट नहीं अप्लाई कर सकता फॉर ऑस्ट्रेलिया, खास कर अगर तुसी ग्रेजुएट हो, बट
ਜਿਸ ਬੱਚੇ ਦਾ ਗੈਪ ਪ੍ਰੋਪਰ ਉਹ ਕੰਮ ਕਰ ਰਿਹਾ, ਉਹਦੇ ਅਕਾਊਂਟ ਹੀ ਸੈਲਰੀ ਆ ਰਹੀ ਹੈ, ਤਾਂ ਉਹਨੂੰ ਕੋਈ ਪ੍ਰੋਬਲਮ ਨਹੀਂ। ਓਕੇ ਜੀ 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 ਬਿਲਕੁਲ। ਸੋ ਮੈਨੂੰ ਪੂਰੀ ਉਮੀਦ ਹੈ ਅੱਜ ਦੇ ਸ਼ੋਅ ਜਿੰਨੀ ਵੀ ਆਪਾਂ ਗੱਲਬਾਤ ਕੀਤੀ ਹੈ ਸਾਰੀ ਜਾਣਕਾਰੀ ਦਾ ਤੁਸੀਂ ਵੱਧ ਤੋਂ ਵੱਧ ਫਾਇਦਾ ਜ਼ਰੂਰ ਚੁੱਕੋਗੇ। ਜਾਣ ਤੋਂ ਪਹਿਲਾਂ ਤੁਹਾਨੂੰ ਉਹਨਾਂ ਸਟੂਡੈਂਟਸ ਨਾਲ ਵੀ ਮਿਲਵਾਉਂਦੇ ਹਾਂ ਜਿਨ੍ਹਾਂ ਨੇ ਮਿਸਟਰ ਗੌਰਵ ਤਲਵਾਰ ਦੇ ਨਾਲ ਆਪਣੀ ਸਾਂਝ ਪਾਈ ਅਤੇ ਉਹਨਾਂ ਦੀ ਗਾਈਡੈਂਸ ਦੇ ਨਾਲ ਅੱਗੇ ਵਧੇ ਤੇ ਸਕਸੈਸਫੁਲੀ ਉਹਨਾਂ ਦੇ ਵੀਜ਼ਾਸ ਆ ਚੁੱਕੇ ਨੇ। ਕਿਵੇਂ ਦਾ ਉਹਨਾਂ ਦਾ ਐਕਸਪੀਰੀਅੰਸ ਰਿਹਾ ਉਹਨਾਂ ਦੀ ਜ਼ੁਬਾਨੀ ਹੀ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਗੌਰਵ ਤਲਵਾਰ ਵੀਜ਼ਾ ਗੁਰੂ ਤੋਂ। ਮੇਰੇ ਨਾਲ ਅਭਿਸ਼ੇਕ ਨੇ ਫਰੋਮ ਗੁਰਦਾਸਪੁਰ। ਬਹੁਤ ਸਾਰੀ ਕਾਲਸ ਆ ਰਹੀਆਂ ਸੀ ਕਿ SX1 ਵੀਜ਼ਾ ਦੀ ਐਡ ਬਹੁਤ ਹੈ ਕਿ ਵੀਜ਼ਾ ਆਇਆ ਕੋਈ, ਪਹਿਲੇ ਤਾਂ ਵੀਜ਼ਾ ਦਿਖਾ। ਕੰਗ੍ਰੈਚੁਲੇਸ਼ਨਸ, ਖੁਸ਼ ਹੋ? ਹਾਂਜੀ ਸਰ। ਅੱਛਾ, ਤੁਹਾਡਾ ਨਾਂ ਕੀ ਹੈ? ਸਰ ਅਭਿਸ਼ੇਕ। ਅਭਿਸ਼ੇਕ, ਤੁਸੀਂ ਕਦੋਂ ਪੜ੍ਹਾਈ ਕਦੋਂ ਕੀਤੀ ਸੀ ਲਾਸਟ? ਸਰ ਮੈਂ 2015 ਵਿੱਚ 12 ਕੀਤੀ ਸੀ। ਬਸ ਉਸ ਤੋਂ ਬਾਅਦ ਪੜ੍ਹੇ ਨਹੀਂ? ਕੀ ਕੰਮ ਕੀ ਕਰ ਰਹੇ ਸੀ? ਸਰ ਨਹੀਂ ਜੋਬ ਸਰ ਲੱਭ ਰਹੇ ਹੀ ਸਰ, ਆਪਣਾ ਖੇਤੀ ਦਾ ਕੰਮ ਹੈ ਵੈਸੇ? ਹਾਂਜੀ। ਓਕੇ, ਬਿਲਕੁਲ 2015 ਤੋਂ ਬਾਅਦ ਗੈਪ ਸੀ। ਇਹ ਇਹਨਾਂ ਨੇ ਮੈਨੂੰ ਸੰਪਰਕ ਕੀਤਾ SX1 ਵੀਜ਼ਾ ਲਈ, ਫਾਈਲ ਲਾਈ, ਅੱਜ ਇਹਨਾਂ ਦਾ ਵੀਜ਼ਾ ਆ ਗਿਆ। ਆਉਣ ਵਾਲੇ ਵੀਡੀਓਜ਼ ਵਿੱਚ ਹੋਰ ਵੀ SX1 ਦੇ ਵੀਜ਼ਾਸ ਆਏ ਜੋ ਤੁਹਾਨੂੰ ਦਿਖਾਵਾਂਗੇ। ਤਾਂ ਸਕਸੈਸ ਰੇਟ ਜ਼ਰੂਰ ਅੱਜ ਪ੍ਰੂਵਡ ਹੋ ਰਿਹਾ ਕਿ ਅਗਰ ਤੁਸੀਂ SX1 ਤੇ ਅਪਲਾਈ ਕਰਦੇ ਹੋ ਤਾਂ ਵੀਜ਼ਾ ਮਿਲਦਾ ਹੈ। ਔਰ SX1 ਦੀ ਕਿਸੇ ਵੀ ਜਾਣਕਾਰੀ ਲਈ ਜ਼ਰੂਰ ਕਾਲ ਕਰੋ ਔਰ ਉਹਦੀ ਹਰ ਅਪਡੇਟ ਲਈ ਮੈਨੂੰ ਫੋਲੋ ਕਰੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਗੌਰਵ ਤਲਵਾਰ ਵੀਜ਼ਾ ਗੁਰੂ ਤੋਂ। ਮੇਰੇ ਨਾਲ ਅੱਜ ਸਟੂਡੈਂਟ ਹੈ रिया। रिया, ਤੁਸੀਂ ਆਪਣੇ ਬਾਰੇ ਦੱਸੋ, ਕਿੱਥੋਂ ਹੋ ਤੁਸੀਂ? मेरा नाम रिया है, मैं चंडीगढ़ से बिलोंग करती हूँ और मैंने +2 की थी 2021 में पास की थी। ओके, और मेरा भारत है बिल्कुल। रिया, आयर्स में कितने बैंड थे आपके? 6। और एक मॉड्यूल में 5.5 कितने मॉड्यूल में थे? 1 ओके, रिया बार तो कांग्रेचुलेशंस, वीजा के लिए Thank खुश हो? you। अच्छा, कंफ्यूज थी आप कि वीजा आएगा या नहीं आएगा, तब किसी ने रोका भी सी कि वीजा नहीं आऊगा मत अप्लाई करो? हाँ, रोका था ਕਾਫੀ ਰੁਕਾ। ਕੈਨੇਡਾ ਨੂੰ ਲੈ ਕੇ ਆ ਬਹੁਤ ਮਿਥ ਹੈ ਕਿ ਅਗਰ ਇੱਕ ਵੀ 5.5 ਬੈਂਡ ਹੈ ਤਾਂ ਵੀਜ਼ਾ ਨਹੀਂ ਆਊਗਾ। ਬਟ ਵੀਜ਼ਾ ਕਿਹੜੀ ਕਾਲਜ ਦਾ, ਕਿਹੜੀ ਕੈਟਾਗਰੀ ਦਾ ਆਊਗਾ, ਇਹ ਬਹੁਤ ਜ਼ਿਆਦਾ ਮੈਟਰ ਕਰਦਾ ਹੈ। ਤਾਂ ਤੁਹਾਡੇ ਸਾਹਮਣੇ ਰੀਆ ਹੈ ਜਿਹਦਾ ਵੀਜ਼ਾ ਕੈਨੇਡਾ ਦਾ ਆਇਆ। ਅਗਰ ਤੁਸੀਂ ਵੀ ਕੈਨੇਡਾ ਦਾ ਵੀਜ਼ਾ ਚਾਹੁੰਦੇ ਹੋ ਔਰ ਇੱਕ ਵੀ 5.5 ਹੈ ਤਾਂ ਇੱਕ ਵਾਰੀ ਜ਼ਰੂਰ ਸੰਪਰਕ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਗੌਰਵ ਤਲਵਾਰ ਵੀਜ਼ਾ ਗੁਰੂ ਤੋਂ। ਮੇਰੇ ਨਾਲ ਗੁਰਪ੍ਰੀਤ ਨੇ ਫਰੋਮ ਫਰੀਦਕੋਟ। ਸਭ ਤੋਂ ਪਹਿਲੇ ਕੰਗ੍ਰੈਚੁਲੇਸ਼ਨ ਗੁਰਪ੍ਰੀਤ, ਵੀਜ਼ਾ ਆਇਆ UK ਦਾ। ਖੁਸ਼ ਹੋ? ਅੱਛਾ ਗੁਰਪ੍ਰੀਤ, ਕਿੰਨਾ ਪੜ੍ਹੇ ਸੀ ਤੁਸੀਂ? ਮੈਂ +2 ਕੀਤੀ ਜੀ। ਓਕੇ, ਕਦੋਂ? ਮੈਂ 14। ਅੱਛਾ, ਉਸ ਤੋਂ ਬਾਅਦ ਗੁਰਪ੍ਰੀਤ ਤੁਸੀਂ ਆਇਲਸ ਕਰਨ ਦੀ ਬੜੀ ਟਰਾਈ ਕੀਤੀ, ਆਇਲਸ ਨਹੀਂ ਹੋਈ? ਨਹੀਂ। ਤੇ ਗੁਰਪ੍ਰੀਤ ਦੀ ਦੋ ਸ਼ਰਤਾਂ ਸੀ, ਇੱਕ ਤਾਂ ਮੇਰੇ ਕੋਲ ਆਇਲਸ ਨਹੀਂ ਹੈ ਔਰ ਮੈਂ ਪੈਸੇ ਦੇਣੇ ਵੀਜ਼ਾ ਤੋਂ ਬਾਅਦ। ਕੋਈ ਪੈਸੇ ਤਾਂ ਨਹੀਂ ਲਿੱਤਾ ਤੁਹਾਡੇ ਤੋਂ ਪਹਿਲਾਂ ਅੰਬੈਸੀ ਫੀਸ ਤੋਂ ਇਲਾਵਾ? ਨਹੀਂ। ਅੱਛਾ, ਕੀ ਕਹਿਣਾ ਚਾਹੋਗੇ ਜੋ ਤੁਹਾਨੂੰ ਦੇਖ ਰਿਹਾ ਹੈ ਕਿ ਉਹਨਾਂ ਨੂੰ ਟਰਾਈ ਕਰਨਾ ਚਾਹੀਦਾ ਇੱਕ ਵਾਰੀ? ਟਰਾਈ ਕਰਨਾ ਚਾਹੀਦਾ ਜੀ। ਬਹੁਤ ਵਧੀਆ ਜੀ। ਓਕੇ, ਵੀ ਆਪਾਂ ਨੂੰ ਸਰਵਿਸ? ਹਾਂਜੀ ਵੀ ਵਧੀਆ। ਵੀ ਮੈਂ ਕਿਹਾ ਸੀ ਪੇਮੈਂਟ ਮੈਂ ਬਾਅਦ ਚ ਦਊਂਗਾ, ਵੀ ਮੇਰੇ ਨਾਲ ਜੋ ਮੰਗ ਹੋਈ ਸੀ ਉਹ ਪੂਰੀ, ਜੋ ਕਮਿਟਮੈਂਟਸ ਹੋਈਆਂ ਸੀ ਉਹ ਪੂਰੀ ਹੋਈਆਂ। ਇਹੀ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਕੋਈ ਵੀ ਕੰਮ ਸਟਾਰਟ ਕਰਦੇ ਹੋ, ਜੋ ਕਮਿਟ ਕਰਦੇ ਹੋ ਪੂਰਾ ਹੁੰਦਾ ਹੈ ਤਾਂ ਫਿਰ ਤੁਹਾਨੂੰ ਵੀ ਖੁਸ਼ੀ ਹੁੰਦੀ ਹੈ ਔਰ ਕੰਸਲਟੈਂਟਸ ਨੂੰ ਵੀ ਅੱਛਾ ਲੱਗਦਾ ਹੈ। ਤਾਂ ਅਗਰ ਤੁਸੀਂ ਵੀ ਬਹੁਤ ਜ਼ਿਆਦਾ ਗੈਪ ਹੈ ਔਰ ਆਇਲਸ ਨਹੀਂ ਕੀਤੀ ਤਾਂ UK ਤੁਹਾਨੂੰ ਸੱਦਾ ਦੇ ਰਿਹਾ। 3 ਤਰ੍ਹਾਂ ਦੇ ਪ੍ਰੋਫਾਈਲਸ ਆ। ਤੁਸੀਂ ਸ਼ਾਰਟ ਟਰਮ ਐਂਡ ਯੂਨੀਵਰਸਿਟੀ ਪ੍ਰੋਗਰਾਮਸ ਤੇ UK ਜੋ ਹੈ ਉਹ ਵਿਦਆਊਟ ਆਇਲਸ ਜਾ ਸਕਦੇ ਹੋ। UK ਦੀ ਹਰ ਅਪਡੇਟ ਲਈ ਮੈਨੂੰ ਫੋਲੋ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ। ਸੋ ਹੁਣੇ ਤੁਸੀਂ ਸੁਣਿਆ ਉਹਨਾਂ ਸਟੂਡੈਂਟਸ ਦੀ ਜ਼ੁਬਾਨੀ ਕਿ ਕਿਵੇਂ ਉਹਨਾਂ ਨੇ ਮਿਸਟਰ ਗੌਰਵ ਤਲਵਾਰ ਤੋਂ ਗਾਈਡੈਂਸ ਲਈ, ਉਹਨਾਂ ਤੋਂ ਫਾਈਲ ਅਸੈਸਮੈਂਟ ਕਰਵਾਈ ਤੇ ਅੱਜ ਉਹਨਾਂ ਦੇ ਵੀਜ਼ਾ ਲੱਗ ਚੁੱਕੇ ਨੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਸ਼ੋਅ ਵਿੱਚ ਆ ਕੇ ਸਾਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।